हमें और जीने की चाहत न होती अगर तुम न होते, अगर तुम न होते। कम्युनिटी ਲਈ काम करते सी, काम करते करते 2011 तो शुरू हुए 2014 तक हो गए। शायद साडी मीडिया 'ਚ पकड़ ਇੰਨੀ नहीं सी, शायद ਅਸੀਂ ਵੀ ਕਿਤੇ ਨਾ ਕਿਤੇ ਘਬਰਾਉਂਦੇ ਸੀ ਕਮਿਊਨਿਟੀ ਲਈ ਗੱਲ ਕਰਨ ਲਈ ਜਾਂ ਕਿਧਰੇ ਨਹੀਂ। ਔਰ ਤਾਂ ਕਰਨਾ ਨਾ ਤਾਂ ਲੋਕ ਸਾਡੇ ਫੇਵਰ ਦੇ ਵਿੱਚ ਸੀ, ਨਾ ਅਸੀਂ ਆਪਣਾ ਗੱਲ ਕਰ ਸਕਦੇ ਸੀ। ਮੈਂ ਇੱਕ ਈਵੈਂਟ ਸੀਗਾ ਆਪਣਾ, ਈਵੈਂਟ ਜਲੰਧਰ ਦੇ ਵਿੱਚ ਹੀ ਸੀ ਤੇ ਮੈਨੂੰ ਮੀਡੀਆ ਕਵਰੇਜ ਦੀ ਬਹੁਤ ਲੋੜ ਸੀ ਬਿਕੋਜ਼ ਮੇਰੀ ਕਮਿਊਨਿਟੀ ਜਦ ਤੱਕ ਵਿਜ਼ੀਬਲ ਨਹੀਂ ਹੋਗੀ ਉਦੋਂ ਤੱਕ ਮੈਨੂੰ ਸਰਵਿਸਿਜ਼ ਨਹੀਂ ਮਿਲਣਗੀਆਂ, ਹੈ ਨਾ। तो 15 ਪੈਨ ਡਰਾਈਵ ਤੇ ਮੇਰੇ ਕੋਲ ਇੱਕ ਪੱਤਰਕਾਰ ਨੇ 15 ਪੈਨ ਡਰਾਈਵ ਮੰਗੀਆਂ ਤੇ ਪਲੱਸ ਉਹਨੇ ਮੈਨੂੰ ਸੈਕਸ਼ੂਅਲ ਹਰਾਸ ਕਰਨ ਮਤਲਬ ਕੀਤਾ। दोस्तों दिल दहलान वाली एक गल है और जलंधर का जो पत्रकार है, मैं तो चाहना ये अनहर्ड वॉइस उदे तक भी पहुंचे और किते ना किते उस बंदे नू अपने किए दे उपर पछतावा होवे। पर हालांकि माफी यदि नहीं है ना इस धरती ते ना उस परमात्मा दे घर जा ਤੇ ਤੁਸੀਂ ਮੰਨੋਗੇ ਨਹੀਂ 15 ਪੈਨ ਡਰਾਈਵ ਦੇਣ ਤੋਂ ਬਾਅਦ ਸੈਕਸ਼ੂਅਲ ਹਰਾਸ ਹੋਣ ਤੋਂ ਬਾਅਦ ਹੀ ਮੇਰਾ ਈਵੈਂਟ ਕਵਰ ਨਹੀਂ ਸੀ ਹੋਇਆ। ਸਟਾਰਟਿੰਗ ਦੇ ਵਿੱਚ ਪਹਿਲਾਂ ਕਮਿਊਨਿਟੀ ਸਟਰੈਂਥ ਕੀਤੀ ਕਿਉਂਕਿ 2011 ਵਿੱਚ ਸਾਨੂੰ ਪਤਾ ਨਹੀਂ ਸੀ ਲੱਗਦਾ ਕਿ ਕਿਹੜਾ ਬੰਦਾ ਕਮਿਊਨਿਟੀ ਦਾ, ਕਿਹੜੇ ਬੰਦੇ ਆ ਜਿਹਨਾਂ ਨੂੰ ਉਹ ਕਿੱਥੋਂ ਸਾਨੂੰ ਮਿਲਣਗੇ। ਜਿਨ੍ਹਾਂ ਨੇ ਮੇਰਾ ਈਵੈਂਟ ਉਦੋਂ ਕਵਰ ਕੀਤਾ, ਜੇ ਉਹ ਸ਼ਾਇਦ ਉਹ ਕਵਰ ਨਾ ਕਰਦੇ ਤੇ ਅੱਜ ਜਿਸ ਮੁਕਾਮ ਤੇ ਬੈਠ ਕੇ ਮੈਂ ਗੱਲ ਕਰ ਰਿਹਾ ਸ਼ਾਇਦ ਮੈਂ ਉੱਥੇ ਨਹੀਂ ਪਹੁੰਚਦਾ। ਤੇ ਕਿਤੇ ਨਾ ਕਿਤੇ ਆਉਂਦੀ ਹੈ ਗੱਲ ਕਿ ਜੇ ਅੱਜ ਮੇਰੇ ਨਾਲ ਨਹੀਂ ਹੋਇਆ ਤਾਂ ਸ਼ਾਇਦ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦਾ। ਮਤਲਬ ਸੇ ਸਟਾਰਟ ਕੀਤਾ ਸ਼ਾਨ ਫਾਊਂਡੇਸ਼ਨ 2011-12 ਦੇ ਵਿੱਚ ਤੇ ਇੱਕ ਦਰੀ ਤੇ ਵਾਟਰ ਕੂਲਰ ਦੇ ਨਾਲ। ਦਰੀ ਵਾਟਰ ਕੂਲਰ ਦੇ ਨਾਲ ਸਿਰਫ 2 ਬੰਦੇ ਸੀ ਜਿਹੜੇ ਇਸ ਸਫ਼ਰ ਨੂੰ ਅਸੀਂ ਤੈਅ ਕੀਤਾ ਸੀ। 1 ਜੁਲਾਈ ਦੇ ਵਿੱਚ ਸਾਨੂੰ ਪਹਿਚਾਨ ਕਰਕੇ ਇੱਕ ਪ੍ਰੋਗਰਾਮ ਸੀ ਗਲੋਬਲ ਫੰਡ ਦਾ, ਜਿਹੜਾ ਸਾਨੂੰ ਪਹਿਲਾ ਪ੍ਰੋਗਰਾਮ ਮਿਲਿਆ ਜਿਹਦੇ ਵਿੱਚ ਅਸੀਂ ਕਮਿਊਨਿਟੀ ਨੂੰ ਸਟਰੈਂਥ ਕੀਤਾ। ਟ੍ਰਾਂਸਜੈਂਡਰ ਕਮਿਊਨਿਟੀ ਸ਼ੁਰੂ ਤੋਂ ਹੀ ਹੈ, ਇਹਨਾਂ ਨੂੰ ਅੱਜ ਨਹੀਂ ਮੰਨਦੇ, ਮਨਾਉਣ ਦੀ ਹਿੰਮਤ, ਮਨਾਉਣ ਦੀ ਮੁਹਿੰਮ 'ਚ ਅਸੀਂ ਜੁੜੇ ਹਾਂ। ਜੇ ਅੱਜ ਤੁਸੀਂ ਸਾਡੇ ਨਾਲ ਬੈਠੇ ਹੋ, ਤੁਸੀਂ ਮੰਨਿਆ ਤੇ ਬੈਠੇ ਹੋ ਜੀ। ਇੱਦਾਂ ਮਤਲਬ ਕੋਸ਼ਿਸ਼ ਜਾਰੀ ਹੈ ਸਮਾਜ ਨੂੰ ਮਨਾਉਣ ਦੀ, ਸਮਾਜ ਮੰਨੇਗਾ ਵੀ। ਜੇ ਗਵਰਨਮੈਂਟ ਆਫ ਇੰਡੀਆ ਨੇ ਮੰਨ ਲਿਆ, ਜੇ ਸਾਡੀ ਸਰਕਾਰ ਨੇ ਮੰਨ ਲਿਆ ਤੇ ਇੱਕ ਸਿਰਫ ਤੇ ਸਿਰਫ ਮਾਨਸਿਕਤਾ ਬਦਲਣ ਦੀ ਲੋੜ ਹੈ। अनहर्ड वॉइस, अनसुनी आवाज़। जी हाँ, एक ਇਹੋ ਜਿਹੀ ਆਵਾਜ਼ ਜਿਹੜੀ ਅਸੀਂ ਸੁਣਦੇ ਜ਼ਰੂਰ ਹਾਂ ਪਰ ਅਸੀਂ ਉਹਨੂੰ ਅਨਸੁਣਾ ਕਰ ਦਿੰਦੇ ਹਾਂ। ਸਾਨੂੰ ਕਈ ਚੀਜ਼ਾਂ ਨਜ਼ਰ ਆਉਂਦੀਆਂ, ਅਸੀਂ ਉਹਨੂੰ ਅਣਦੇਖਾ ਕਰ ਦਿੰਦੇ ਹਾਂ। ਸਾਡੇ ਆਸ-ਪਾਸ ਇਹੋ ਜਿਹੇ ਲੋਕ ਜਿਹੜੇ ਸਮਾਜ ਦਾ ਸਾਡਾ ਅਭਿੰਨ ਹਿੱਸਾ ਬਣ ਸਕਦੇ ਨੇ, ਅਸੀਂ ਉਹਨਾਂ ਨੂੰ ਜਾਣ-ਬੂਝ ਕੇ ਆਪਣੇ ਤੋਂ ਡਿਸਕਾਰਡ ਕਰ ਦਿੰਦੇ ਹਾਂ, ਤਿਰਸਕਾਰ ਕਰ ਦਿੰਦੇ ਹਾਂ। ਇਹ ਉਹ ਸੁਸਾਇਟੀ ਹੈ, ਇਹ ਉਹ ਕਮਿਊਨਿਟੀ ਹੈ ਜਿਹਨੂੰ ਅਸੀਂ ਹਮੇਸ਼ਾ ਸਮਾਜ ਦਾ ਹਿੱਸਾ ਨਾ ਮੰਨਦੇ ਹੋਏ ਅਸੀਂ ਉਹਨਾਂ ਨੂੰ ਇੱਕ ਬੁਰੇ ਨਜ਼ਰੀਏ ਦੇ ਨਾਲ, ਇੱਕ ਗਲਤ ਨਿਗਾਹ ਦੇ ਨਾਲ ਦੇਖਦੇ ਹਾਂ। ਟ੍ਰਾਂਸਜੈਂਡਰ ਸੁਸਾਇਟੀ ਇੱਕ ਇਹੋ ਜਿਹੀ ਸੁਸਾਇਟੀ ਹੈ ਜਿਹਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਧਾਰਨਾਵਾਂ ਲੋਕਾਂ ਦੇ ਮਨ 'ਚ ਰਹਿੰਦੀਆਂ ਔਰ ਅਸੀਂ ਕਈ ਵਾਰੀ ਇਹ ਸੋਚਦੇ ਹਾਂ ਵੀ ਇਹ ਉਹ ਲੋਕ ਨੇ, ਇਹ ਉਹ ਕਮਿਊਨਿਟੀ ਹੈ, ਇਹ ਉਹ ਸਮਾਜ ਹੈ ਜਿਹੜਾ ਕਿ ਸਿਰਫ ਔਰ ਸਿਰਫ ਜਾਂ ਤਾਂ ਭੀਖ ਮੰਗ ਸਕਦਾ ਹੈ ਜਾਂ ਫਿਰ ਸੈਕਸ ਵਰਕਰ ਦੇ ਤੌਰ 'ਤੇ ਇਹਨਾਂ ਦੀ ਅਸੀਂ ਜਿਹੜੀ ਛਵੀ ਬਣਾ ਕੇ ਬੈਠੇ। ਬਟ ਇਹ ਲੋਕ ਵੀ ਇਨਸਾਨ ਨੇ, ਇਹਨਾਂ ਦੇ ਕੋਲ ਵੀ ਦਿਲ ਹੈ, ਇਹਨਾਂ ਦਾ ਵੀ ਅਧਿਕਾਰ ਹੈ ਸਮਾਜ ਦੇ ਵਿੱਚ ਇੱਜ਼ਤ ਮਾਨ ਸਨਮਾਨ ਲੈਣ ਦਾ, ਜੋ ਕਿ ਹਰ ਇਨਸਾਨ ਜਿਹੜਾ ਇਸ ਧਰਤੀ 'ਤੇ ਜਨਮ ਲੈਂਦਾ ਹੈ ਉਹ ਆਪਣਾ ਅਧਿਕਾਰ ਸਮਝਦਾ ਹੈ। ਹੌਟ ਨਿਊਜ਼ ਇੰਡੀਆ ਵੱਲੋਂ ਇੱਕ ਕੈਂਪੇਨ ਸਟਾਰਟ ਕੀਤਾ ਗਿਆ ਹੈ ਔਰ ਇਸ ਕੈਂਪੇਨ ਦੇ ਵਿੱਚ ਅਲਾਇੰਸ ਇੰਡੀਆ ਤੋਂ ਔਰ ਪੰਜਾਬ ਤੋਂ ਸ਼ਾਨ ਫਾਊਂਡੇਸ਼ਨ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਨੇ। ਔਰ ਸਾਡਾ ਇੱਕ ਪ੍ਰਯਾਸ ਹੈ ਵੀ ਇਹ ਜਿਹੜੀ ਕਮਿਊਨਿਟੀ ਹੈ, ਇਹ ਜਿਹੜੀ ਸੁਸਾਇਟੀ ਹੈ, ਇਹਦੀ ਜਿਹੜੀ ਆਵਾਜ਼ ਅਸੀਂ ਸੁਣਨਾ ਨਹੀਂ ਚਾਹੁੰਦੇ, ਅਸੀਂ ਇਗਨੋਰ ਕਰਦੇ ਹਾਂ, ਇਹਨੂੰ ਅਸੀਂ ਸੁਣੀਏ। ਸੁਣਨਾ ਪਏਗਾ, ਇਗਨੋਰ ਨਹੀਂ ਕਰਨਾ।
ਅੱਜ ਇਸ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸ਼ਾਨ ਫਾਊਂਡੇਸ਼ਨ ਤੋਂ ਚਾਹਤ। ਬਹੁਤ ਬਹੁਤ ਸਵਾਗਤ ਹੈ ਜੀ ਚਾਹਤ ਤੁਹਾਡਾ ਸਾਡੇ ਨਾਲ ਜੁੜਨ ਲਈ। ਜਿਸ ਤਰ੍ਹਾਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਅਸੀਂ ਇੱਕ ਪ੍ਰਯਾਸ ਸ਼ੁਰੂ ਕੀਤਾ ਹੈ ਤੁਹਾਡੇ ਸਹਿਯੋਗ ਦੇ ਨਾਲ ਵੀ ਜਿਹਦੇ ਵਿੱਚ ਕੀ ਹੈ ਜਿਹੜੀ ਆਵਾਜ਼ ਹੈ ਲੋਕੀ ਨਹੀਂ ਸੁਣ ਰਹੇ, ਇਸ ਆਵਾਜ਼ ਨੂੰ ਉਹਨਾਂ ਨੂੰ ਸੁਣਾਉਣ ਦਾ ਇੱਕ ਅਸੀਂ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲੇ ਤੇ ਮੈਨੂੰ ਇਹ ਦੱਸੋ ਵੀ ਸ਼ਾਨ ਫਾਊਂਡੇਸ਼ਨ ਕਿੱਦਾਂ ਬਣੀ, ਤੁਸੀਂ ਸ਼ਾਨ ਫਾਊਂਡੇਸ਼ਨ ਕਿਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਅਮਲੀ ਜਾਮਾ ਪਹਿਨਾਇਆ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਧੰਨਵਾਦ ਤੁਹਾਡਾ ਸਾਰਿਆਂ ਦਾ। ਅਨਹਰਡ ਵੌਇਸਿਸ ਮਤਲਬ ਅਣਸੁਣੀਆਂ ਆਵਾਜ਼ਾਂ, ਵਾਕਈ ਹੀ ਇਹ ਕੁਝ ਆਵਾਜ਼ਾਂ ਜਿਹੜੀਆਂ ਕਿ ਅਣਸੁਣੀਆਂ ਕੀਤੀਆਂ ਜਾਂਦੀਆਂ ਨੇ, ਸੁਣਦੇ ਹੋਏ ਵੀ ਅਸੀਂ ਉਹਨਾਂ ਨੂੰ ਇਗਨੋਰ ਕਰਦੇ ਹਾਂ। ਉਹਨਾਂ ਆਵਾਜ਼ਾਂ 'ਚੋਂ ਸ਼ਾਇਦ ਇੱਕ ਆਵਾਜ਼ ਅੱਜ ਉਹ ਆਵਾਜ਼ ਮੇਰੀ ਆਵਾਜ਼ ਵੀ ਹੈ ਜੀ। ਬਿਲਕੁਲ। ਤੇ ਮੈਂ ਜੇ ਗੱਲ ਕਰਾਂ ਸ਼ਾਨ ਫਾਊਂਡੇਸ਼ਨ ਦੀ ਤਾਂ 2011 ਦੇ ਵਿੱਚ ਮੇਰੇ ਘਰੇ ਮਹੰਤ ਆਏ ਜੀ। ਮਹੰਤਾਂ ਨੇ ਮੇਰੀ ਸਿਸਟਰ ਦੇ ਬੱਚਾ ਹੋਇਆ ਸੀ ਜੀ। ਤੇ ਸਾਨੂੰ ਜਿਵੇਂ ਪਤਾ ਹੈ ਕੁੜੀ ਵਾਲੇ ਅਸੀਂ ਜਿਹਨਾਂ ਦੇ ਨਾਨਕੇ ਵਧਾਈ ਨਹੀਂ ਦਿੰਦੇ, ਦਾਦਕੇ ਹੀ ਦਿੰਦੇ ਆ। ਤੇ ਜਦੋਂ ਮੈਨੂੰ ਮਹੰਤਾਂ ਨੇ ਮੇਰੇ ਨਾਲ ਗੱਲ ਕੀਤੀ, ਮੈਂ ਉਹਨਾਂ ਨੂੰ ਕਿਹਾ ਤੁਹਾਡਾ ਤਾਂ ਵਧਾਈ ਦਾ ਨਹੀਂ ਕੋਈ ਬਣਦਾ ਹੀ ਨਹੀਂ ਆ, ਤੁਹਾਡਾ ਤਾਂ ਉਹਨਾਂ ਵੱਲ ਬਣਦਾ ਕਿ ਮੁੰਡਾ ਹੋਇਆ, ਪਰ ਸਾਡੇ ਵੱਲ ਤਾਂ ਬਣਦਾ ਨਹੀਂ। ਉਹਨਾਂ ਨੇ ਮੈਨੂੰ ਪਹਿਲਾਂ ਤਾਂ 2 ਤਾੜੀਆਂ ਮਾਰ ਕੇ ਮਗਰੋਂ ਤੀਜੀ ਵਾਰੀ ਮੈਨੂੰ ਗੱਲ ਕਹੀ, ਦੇਖੋ ਸਾਡਾ ਕਿਹੜਾ ਕੋਈ ਹੋਰ ਕੰਮ ਹੈ। ਅੱਜ ਕੱਲ੍ਹ ਤਾਂ ਲੋਕਾਂ ਨੇ ਇੱਕ ਨਿਆਣਾ ਜੰਮ ਕੇ ਦੂਜਾ ਜੰਮਣਾ ਹੀ ਬੰਦ ਕਰ ਦਿੱਤਾ, ਤੇ ਜਦੋਂ ਇੱਕ ਨਿਆਣਾ ਪੈਦਾ ਹੁੰਦਾ ਤੇ 25 ਸਾਲ ਲਈ ਉਸ ਘਰ ਦਾ ਦਰਵਾਜ਼ਾ ਸਾਡੇ ਲਈ ਬੰਦ ਹੋ ਜਾਂਦਾ। ਜੀ। 25 ਸਾਲ ਬਾਅਦ ਉਹ ਬੱਚਾ ਇਸ ਸ਼ਹਿਰ 'ਚ ਹੈ ਜਾਂ ਕਿਧਰੇ ਹੋਰ ਹੈ, ਸਾਨੂੰ ਪਤਾ ਨਹੀਂ, ਉਹਦੀ ਸਾਨੂੰ ਵਧਾਈ ਮਿਲਣੀ ਮੁੜ ਕੇ ਦੁਬਾਰਾ ਕਿ ਨਹੀਂ ਮਿਲਣੀ। ਤੁਹਾਡੇ ਇੱਕ 10-11 ਹਜ਼ਾਰ ਨਾਲ ਅਸੀਂ ਕਿੰਨੀ ਕੁ ਦੇਰ ਅਸੀਂ ਇਹ ਕਰ ਸਕਦੇ ਹਾਂ। ਸੋ ਉਹਨਾਂ ਮੈਨੂੰ ਇੱਕ ਕਿਕਰੀ ਮਿਲੀ ਕਿ ਸ਼ਾਇਦ ਮੈਨੂੰ ਕੁਝ ਕਰਨਾ ਚਾਹੀਦਾ ਕਿ ਇਸ ਸਮਾਜ ਲਈ ਅਸੀਂ ਕਦੇ ਕੁਝ ਕੀਤਾ ਨਹੀਂ। ਦੈਨ ਆਈ ਸਟਾਰਟਡ ਸਟਾਰਟ ਕੀਤਾ ਸ਼ਾਨ ਫਾਊਂਡੇਸ਼ਨ ਨੂੰ 2011-12 ਦੇ ਵਿੱਚ, ਤੇ ਇੱਕ ਦਰੀ ਦੇ ਵਾਟਰ ਕੂਲਰ ਦੇ ਨਾਲ ਸਿਰਫ 2 ਬੰਦੇ ਸੀ ਜਿਹੜੇ ਇਸ ਸਫ਼ਰ ਨੂੰ ਅਸੀਂ ਤੈਅ ਕੀਤਾ ਸੀ। 1 ਜੁਲਾਈ ਦੇ ਵਿੱਚ ਸਾਨੂੰ ਪਹਿਚਾਨ ਕਰਕੇ ਇੱਕ ਪ੍ਰੋਗਰਾਮ ਸੀ ਗਲੋਬਲ ਫੰਡ ਦਾ, ਜਿਹੜਾ ਸਾਨੂੰ ਪਹਿਲਾ ਪ੍ਰੋਗਰਾਮ ਮਿਲਿਆ ਜਿਹਦੇ ਵਿੱਚ ਅਸੀਂ ਕਮਿਊਨਿਟੀ ਨੂੰ ਸਟਰੈਂਥ ਕੀਤਾ। ਤੇ ਉਸ ਤੋਂ ਬਾਅਦ ਲਗਾਤਾਰ ਇਹ ਕਾਫਲਾ ਚੱਲਦਾ ਰਿਹਾ ਤੇ ਅੱਜ ਸ਼ਾਨ ਫਾਊਂਡੇਸ਼ਨ ਨਾਲ ਮਤਲਬ 90 ਜਿਹੜੇ ਲੋਕ ਜੁੜ ਗਏ ਨੇ, ਜਿਹੜੇ ਕਮਿਊਨਿਟੀ ਤੋਂ ਨੇ ਤੇ ਕੁਝ ਨਾਨ ਕਮਿਊਨਿਟੀ ਦੇ ਵੀ ਨੇ, ਜਿਹੜੇ ਕਿ ਕੰਮ ਕਰਦੇ ਆ ਸੈਲਫ ਤੇ ਅੱਛੀ ਤਨਖਾਹ ਪਾ ਕੇ ਜਾਂਦੇ ਨੇ ਜੀ। ਚਾਹਤ ਇੱਕ ਗੱਲ ਦੱਸੋ, ਤੁਸੀਂ ਗੱਲ ਕੀਤੀ ਹੈ ਆਮ ਤੌਰ ਤੇ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਇਹ ਗੱਲ ਸਵਾਲ ਜ਼ਰੂਰ ਖੜਾ ਹੁੰਦਾ ਹੈ ਬਈ ਟਰਾਂਸਜੈਂਡਰ ਕਮਿਊਨਿਟੀ ਜਿਹੜੀ ਹੈ ਉਹ ਸਾਡਾ ਹਿੱਸਾ ਹੋ ਹੀ ਨਹੀਂ ਸਕਦੀ ਸਮਾਜ ਦਾ, ਕਿਉਂਕਿ 2 ਕੰਮ ਪ੍ਰਮੁੱਖ ਜਿਹੜੇ ਕੰਮ ਜਿੱਦਾਂ ਤੁਸੀਂ ਹੁਣੇ ਆਪ ਆਪਣੇ ਸ਼ਬਦਾਂ ਨਾਲ ਦੱਸਿਆ ਵੀ ਵਧਾਈ ਮੰਗ ਲਈ, ਜਾਂ ਫਿਰ ਜਿਹੜਾ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਵੀ ਚੌਂਕ ਚੌਰਾਹਿਆਂ ਤੇ ਲਾਈਟਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਟਰਾਂਸਜੈਂਡਰ ਕਮਿਊਨਿਟੀ ਦੇ ਲੋਕ ਨੇ ਉਹ ਖੜ ਕੇ ਉੱਥੇ ਪੈਸੇ ਮੰਗਦੇ ਨੇ, ਬੈਗਿੰਗ ਕਰਦੇ ਨੇ, ਤੇ ਜਾਂ ਫਿਰ ਬਤੌਰ ਸੈਕਸ ਵਰਕਰ ਜਿਹੜੇ ਨੇ, ਕਿਉਂਕਿ ਇਹ ਟਰਾਂਸਜੈਂਡਰ ਕਮਿਊਨਿਟੀ ਤੇ ਸਦੀਆਂ ਤੋਂ ਕਈ ਮਤਲਬ ਆਪਣਾ ਪੁਰਾਣੇ ਅਗਰ ਆਪਾਂ ਸਾਡੇ ਗ੍ਰੰਥਾਂ ਵਿੱਚ ਵੀ ਟਰਾਂਸਜੈਂਡਰ ਕਮਿਊਨਿਟੀ ਦਾ ਜ਼ਿਕਰ ਹੈਗਾ ਤੇ ਮਹਾਭਾਰਤ ਦੇ ਵਿੱਚ ਵੀ ਸ਼ਿਖੰਡੀ ਜਿਹੜੇ ਹੋਏ ਨੇ ਉਹ ਇਸੀ ਕਮਿਊਨਿਟੀ ਤੋਂ ਉਹਨਾਂ ਨੂੰ ਦਰਸਾਇਆ ਗਿਆ ਹੈਗਾ। ਤੇ ਲੋਕੀ ਤੇ ਮੰਨਦੇ ਆ ਵੀ ਇਹ ਸਾਡਾ ਹਿੱਸਾ ਹੀ ਨਹੀਂ ਹੈਗੇ, ਤੇ ਕਿੱਦਾਂ ਦਾ ਤੁਹਾਨੂੰ ਲੱਗਦਾ ਵੀ ਇਹ ਚੀਜ਼ ਕਿੱਥੋਂ ਤੱਕ ਸਹੀ ਹੈ, ਜਾਇਜ਼ ਹੈ, ਨਜਾਇਜ਼ ਹੈ? ਦੇਖੋ ਮੇਰੀ ਗੱਲ ਸੁਣੋ, ਇੱਕ ਘਰ ਦੇ ਵਿੱਚ ਜੇ ਮੈਂ ਇੱਕ ਐਗਜ਼ਾਮਪਲ ਦਵਾਂ, ਇੱਕ ਘਰ ਵਿੱਚ 5 ਪੁੱਤਰ ਹੁੰਦੇ ਨੇ ਜੀ। 5 ਚੋਂ ਜੇ 5 ਦੇ ਵਿੱਚੋਂ ਮੈਂ ਕਹਾਂ 4 ਮੇਰੇ ਆ, 1 ਮੇਰਾ ਨਹੀਂ ਹੈ, ਦੈਟ ਇਜ਼ ਵੈਰੀ ਰੋਂਗ ਜੀ। ਤੇ ਟਰਾਂਸਜੈਂਡਰ ਕਮਿਊਨਿਟੀ ਸ਼ੁਰੂ ਤੋਂ ਹੀ ਹੈ, ਇਹਨਾਂ ਨੂੰ ਅੱਜ ਨਹੀਂ ਮੰਨਦੇ, ਮਨਾਉਣ ਦੀ ਮੁਹਿੰਮ 'ਚ ਹੀ ਅਸੀਂ ਜੁੜੇ ਹਾਂ। ਜੇ ਅੱਜ ਤੁਸੀਂ ਸਾਡੇ ਨਾਲ ਬੈਠੇ ਹੋ, ਤੁਸੀਂ ਮੰਨਿਆ ਤੇ ਬੈਠੇ ਹੋ ਜੀ। ਏਦਾਂ ਮਤਲਬ ਕੋਸ਼ਿਸ਼ ਜਾਰੀ ਹੈ ਸਮਾਜ ਨੂੰ ਮਨਾਉਣ ਦੀ, ਸਮਾਜ ਮੰਨੇਗਾ ਵੀ ਜੇ ਗਵਰਨਮੈਂਟ ਆਫ ਇੰਡੀਆ ਨੇ ਮੰਨ ਲਿਆ, ਜੇ ਸਾਡੀ ਸਰਕਾਰ ਨੇ ਮੰਨ ਲਿਆ, ਤੇ ਇੱਕ ਸਿਰਫ ਤੇ ਸਿਰਫ ਮਾਨਸਿਕਤਾ ਬਦਲਣ ਦੀ ਲੋੜ ਹੈ। ਕਿਉਂਕਿ ਸਾਨੂੰ ਇਹ ਟਰਾਂਸਜੈਂਡਰ ਕਮਿਊਨਿਟੀ ਦੇ ਹੱਥ ਵਧਾਈ ਦੇਣ ਨੂੰ ਬਹੁਤ ਚੰਗੇ ਲੱਗਦੇ ਆ, ਕਿ ਇਹ ਸਾਨੂੰ ਦੁਆ ਦੇਣ ਉਹ ਬਹੁਤ ਚੰਗੇ ਲੱਗਦੇ ਆ, ਦੁਆ ਦੇਣ ਲਈ ਚੰਗੇ ਲੱਗਦੇ, ਪਰ ਇਹਨਾਂ ਹੱਥਾਂ 'ਚ ਹੱਥ ਪਾ ਕੇ ਚੱਲਣਾ ਸਾਨੂੰ ਸ਼ਰਮਨਾਕ ਲੱਗਦਾ। ਬਟ ਜਿਹੜੀ ਕਿ ਉਹ ਗੱਲ ਗਲਤ ਹੈ, ਕਿਉਂਕਿ ਦੇਖੋ ਜੇ ਤੁਸੀਂ ਆਪਣੇ ਸ਼ਰਾਬੀ ਪੁੱਤਰ ਨੂੰ ਅਪਣਾ ਸਕਦੇ ਹੋ, ਜੇ ਤੁਸੀਂ ਇੱਕ ਨਸ਼ੇੜੀ ਬੱਚੇ ਨੂੰ ਅਪਣਾ ਸਕਦੇ ਹੋ, ਜਾਂ ਤੁਸੀਂ ਇੱਕ ਮਤਲਬ ਮੈਂ ਕਿਸੇ ਕ੍ਰਿਮੀਨਲ ਵੀ ਹੋਵੇ ਬੱਚਾ ਉਹਨੂੰ ਅਪਣਾ ਸਕਦੇ ਹੋ, ਤੇ ਇਹਨਾਂ ਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਹੋਇਆ।
ਮਤਲਬ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਹੋਇਆ, ਵੀ ਆਲ ਆਰ ਹਿਊਮਨ ਬੀਇੰਗਸ। ਜਿਵੇਂ ਤੁਸੀਂ ਸਟਾਰਟਿੰਗ ਵਿੱਚ ਕਹਿ ਰਹੇ ਸੀ ਕਿ ਸਾਡੇ ਵਰਗਾ ਦਿਲ ਹੈ, ਜੇ ਦਿਲ ਵੀ ਸਾਡੇ ਵਰਗਾ ਹੈ ਤੇ ਉਹਨਾਂ ਦੀ ਬਲੱਡ ਦੇ ਵਿੱਚ ਵੀ ਰੈੱਡ ਉਹਨਾਂ ਦੀ ਵੇਨਸ ਦੇ ਵਿੱਚ ਵੀ ਰੈੱਡ ਬਲੱਡ ਆ ਤੇ ਸਾਡੀ ਵੇਨਸ ਦੇ ਵਿੱਚ ਵੀ ਰੈੱਡ ਬਲੱਡ ਆ। ਇਹ ਸਿਰਫ ਤੇ ਸਿਰਫ ਸਾਡੀ ਸੋਚ ਆ ਜਿਹਨੂੰ ਬਦਲਣ ਦੀ ਜ਼ਰੂਰਤ ਹੈ ਜੀ। ਸ਼ਾਨ ਫਾਊਂਡੇਸ਼ਨ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ, ਬੇਸਿਕਲੀ ਆਪਾਂ ਕੀ ਕਰ ਰਹੇ ਆ ਇਸ ਕਮਿਊਨਿਟੀ ਲਈ, ਥੋੜਾ ਜਿਹਾ ਬਰੀਫ ਦੇ ਵਿੱਚ ਸਾਡੇ ਦਰਸ਼ਕ ਜ਼ਰੂਰ ਦੱਸੋ ਵੀ ਸ਼ਾਨ ਫਾਊਂਡੇਸ਼ਨ ਦੇ ਵਿੱਚ ਕਮਿਊਨਿਟੀ ਦੀ ਅਪਲਿਫਟਮੈਂਟ ਲਈ ਆਪਾਂ ਕੀ ਕੰਮ ਕੀ ਪ੍ਰੋਗਰਾਮਸ ਕਰ ਰਹੇ ਹਾਂ। ਅਸੀਂ ਸ਼ਾਨ ਫਾਊਂਡੇਸ਼ਨ ਦੀ ਗੱਲ ਕਰੀਏ ਤਾਂ 2011 ਤੋਂ, ਜਿਵੇਂ ਮੈਂ ਤੁਹਾਨੂੰ ਦੱਸਿਆ, ਸਫ਼ਰ ਸ਼ੁਰੂ ਹੋਇਆ। ਅਸੀਂ ਸਟਾਰਟਿੰਗ ਦੇ ਵਿੱਚ ਪਹਿਲਾਂ ਕਮਿਊਨਿਟੀ ਸਟਰੈਂਥ ਕੀਤੀ, ਕਿਉਂਕਿ 2011 ਵਿੱਚ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਹੜਾ ਬੰਦਾ ਕਮਿਊਨਿਟੀ ਦਾ, ਕਿਹੜੇ ਬੰਦੇ ਆ ਜਿਹਨਾਂ ਨੂੰ ਉਹ ਕਿੱਥੋਂ ਸਾਨੂੰ ਮਿਲਣਗੇ, ਕਿੱਥੋਂ ਅਸੀਂ ਇਕੱਠੇ ਕਰਾਂਗੇ ਉਹਨਾਂ ਨੂੰ, ਕਿੱਥੇ ਉਹਨਾਂ ਨੂੰ ਬਹਿ ਕੇ ਅਸੀਂ ਗੱਲਬਾਤ ਕਰਾਂਗੇ। ਫਿਰ ਅਸੀਂ ਉਹਨਾਂ ਨੇ ਇੱਕ DAC ਡਿਵੈਲਪ ਕੀਤਾ, DAC ਇਨ ਦ ਸੈਂਸ ਕਿ ਡ੍ਰੌਪ ਇਨ ਸੈਂਟਰ ਡਿਵੈਲਪ ਕੀਤਾ, ਜਿਹਦੇ ਵਿੱਚ ਕਿ ਉੱਥੇ ਉਹ ਬੱਚੇ ਆਉਂਦੇ ਸੀ, ਢੋਲਕ ਵਜਾਉਂਦੇ ਸੀ ਜਾਂ ਨੱਚਦੇ ਗਾਉਂਦੇ ਸੀ ਜਾਂ ਉਹ ਆਪਣੇ ਚਾਅ ਮਲਾ ਪੂਰੇ ਕਰਦੇ ਸੀ, ਜਿੱਥੇ ਉਹਨਾਂ ਨੂੰ ਫੂਡ ਵੀ ਦਿੰਦੇ ਸੀਗੇ। ਮਤਲਬ ਉਹ ਉਸ ਤੋਂ ਬਾਅਦ ਹੌਲੀ ਫਿਰ ਅਸੀਂ ਉਹਨਾਂ ਨੂੰ ਜਦੋਂ ਦੇਖਿਆ ਕਿ ਆਪਾਂ ਹੈਲਥ ਵਾਈਜ਼ ਦੇਖਿਆ ਕਿ ਉਹਨਾਂ ਦੀ ਜਿਹੜੀ ਵਲਨਰੇਬਿਲਿਟੀ ਹੈ HIV ਦੇ ਪ੍ਰਤੀ ਬਹੁਤ ਜ਼ਿਆਦਾ ਹੈ, ਜਿਹੜੀ ਕਿ ਉਹਨਾਂ ਨੂੰ ਸਰਵਿਸ ਮਿਲ ਨਹੀਂ ਪਾਉਂਦੀ। ਫਿਰ ਅਸੀਂ ਉਹਨਾਂ ਨੂੰ ਮਤਲਬ ਗਵਰਨਮੈਂਟ ਹਸਪੀਟਲ ਦੇ ਵਿੱਚ ਲੈ ਕੇ ਜਾਣਾ, ਉਹਨਾਂ ਦੀ HIV ਟੈਸਟਿੰਗ ਕਰਵਾਉਣੀ ਸ਼ੁਰੂ ਕੀਤੀ, ਉਹਨਾਂ ਨੂੰ ਕੰਡਮ ਪ੍ਰਮੋਸ਼ਨ ਕਰਨੀ ਸ਼ੁਰੂ ਕੀਤੀ ਕਿ ਦੇ ਹਾਈ ਮਤਲਬ ਕਿ ਡਿਊਰਿੰਗ ਸੈਕਸ਼ੂਅਲ ਐਨਕਾਊਂਟਰਸ ਦੇ ਹੈਵ ਟੂ ਯੂਜ਼ ਕੰਡਮਸ। ਅਸੀਂ ਉਹਨਾਂ ਨੂੰ ਉਹ ਵੀ ਉਸ ਤੋਂ ਬਾਅਦ ਪ੍ਰੋਵਾਈਡ ਕਰਨ ਤੋਂ ਬਾਅਦ ਫਿਰ ਦਿਨ ਸਾਡੇ ਦਿਮਾਗ 'ਚ ਕਨਸੈਪਟ ਸੀ ਕਿ ਉੱਥੇ ਵੀ ਜਾ ਕੇ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਵੀ ਜਾ ਕੇ ਉੱਥੇ ਅਸੈਪਟੈਂਸ ਨਹੀਂ ਸੀ। ਜਦੋਂ ਅਸੈਪਟੈਂਸ ਦੀ ਉੱਥੇ ਗੱਲ ਕਰੀਏ ਤੇ ਡਾਕਟਰ ਹੀ ਕਹਿ ਦਿੰਦੇ ਸੀ ਵੀ ਤੁਹਾਨੂੰ, ਤੁਸੀਂ ਮੁੰਡੇ ਹੋ ਜਾਂ ਤੁਸੀਂ ਬਾਬੇ ਹੋ, ਤੁਹਾਨੂੰ ਕੀ ਲੋੜ ਪਈ ਆ ਇੱਦਾਂ ਦੇ ਗਲਤ ਕੰਮ ਕਰਨ ਦੀ। ਮਤਲਬ ਕਿ ਦੇਖੋ, ਮੈਂ ਜੇ ਗੱਲ ਕਰਾਂ ਤਾਂ ਅੱਜ ਦੀ ਤਰੀਕ ਦੇ ਵਿੱਚ ਮੈਂ ਬੜਾ ਵਿਵਾਕ ਬੋਲਦਾ ਹਾਂ, ਸ਼ਾਇਦ ਲੋਕਾਂ ਨੂੰ ਲੱਗੇ, ਕਈਆਂ ਨੂੰ ਚੰਗਾ ਨਹੀਂ ਲੱਗਦਾ। ਤੇ ਜਿਵੇਂ ਕਿ ਆਪਾਂ ਜੇ ਗੱਲ ਕਰੀਏ ਕਿ ਮੈਨੂੰ ਇੰਨਾ ਪਤਾ ਹੈ ਕਿ ਜੋ ਇੱਕ ਲਾਈਫ ਮੇਲ ਦੀ ਆ, ਇੱਕ ਫੀਮੇਲ ਦੀ ਆ, ਸਿਮਿਲਰ ਇੱਕ ਲਾਈਫ ਟਰਾਂਸਜੈਂਡਰ ਦੀ ਵੀ ਹੈਗੀ ਆ। ਜੇ ਮੇਲ ਫੀਮੇਲ ਦੇ ਸੈਕਸ ਨੂੰ ਅਸੀਂ ਗਲਤ ਨਹੀਂ ਕਹਿੰਦੇ ਤਾਂ ਟਰਾਂਸਜੈਂਡਰ ਦੇ ਵੀ ਸੈਕਸ ਇਜ਼ ਲਾਈਕ ਅ ਫੂਡ, ਬੋਡੀ ਵਾਸਤੇ ਇੱਕ ਫੂਡ ਵਾਂਗੂ ਆ। ਤੇ ਫਿਰ ਜਿਹੜੇ ਹੈਲਥ ਰਾਈਟਸ ਉਹਨਾਂ ਦੇ ਬਣਦੇ ਆ, ਉਹ ਸਿਮਿਲਰ ਹੈਲਥ ਰਾਈਟ ਉਹਨਾਂ ਦੇ ਵੀ ਬਣਦੇ ਆ। ਤੇ ਜਦੋਂ ਅਸੀਂ ਉਹਨਾਂ ਨੂੰ ਹੈਲਥ ਰਾਈਟਸ ਲਈ ਲੈ ਕੇ ਜਾਂਦੇ ਸੀ ਤੇ ਉੱਥੇ ਉਹ ਮਤਲਬ ਕਿ ਡਾਕਟਰਸ ਕਦੇ ਉਹਨਾਂ ਨੂੰ ਮੈਡੀਕਲ ਪ੍ਰੈਕਟੀਸ਼ਨਰ ਉਹਨਾਂ ਨੂੰ ਬੈਡ ਟੱਚ ਕਰਦਾ ਸੀ। ਬੈਡ ਟੱਚ ਇਨ ਦਾ ਸੈਂਸ ਕਿ ਉਹਨਾਂ ਨੂੰ ਬੜੇ ਬੁਰੇ ਮਤਲਬ ਆਪਣਾ ਗਲਤ ਕਮਿਊਨਿਟੀ ਨੇ ਕੀਤਾ। ਫਿਰ ਤੁਸੀਂ ਅੱਜ ਵੀ ਦੇਖ ਲਓ ਕਿ ਜਿਹੜਾ ਨੈਸ਼ਨਲ ਲੈਵਲ ਤੇ ਪ੍ਰੀਵੈਲੈਂਸ ਰੇਟ ਹੈ HIV ਦਾ, ਉਹ ਸਭ ਤੋਂ ਜ਼ਿਆਦਾ ਟਰਾਂਸਜੈਂਡਰ ਕਮਿਊਨਿਟੀ ਦੇ ਵਿੱਚ। ਉਹਦਾ ਕਾਰਨ ਇਹ ਹੈ ਕਿ ਕਿਤੇ ਨਾ ਕਿਤੇ ਹੱਦ ਤੇ ਸਾਡੇ ਗਵਰਨਮੈਂਟ ਸੈਕਟਰ ਜਾਂ ਪ੍ਰਾਈਵੇਟ ਸੈਕਟਰ ਦੇ ਜਿਹੜੇ ਡਾਕਟਰਸ ਤੇ ਮੈਡੀਕਲ ਪ੍ਰੈਕਟੀਸ਼ਨਰਸ ਨੇ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਨਹੀਂ ਹੈ। ਉਹ ਉਹਨਾਂ ਨੂੰ ਫਿਰ ਅਸੀਂ ਉਹਨਾਂ ਦੀ ਇਸ ਸੋਚ ਨੂੰ ਲਿਖਦੇ ਫਿਰ ਅਸੀਂ ਇੱਕ ਸਮਰਥ ਕਰਕੇ ਪ੍ਰੋਗਰਾਮ ਸਟਾਰਟ ਕੀਤਾ, ਜਿਹੜਾ ਕਿ ਬਾਏ ਦਾ ਕਮਿਊਨਿਟੀ ਐਂਡ ਫੋਰ ਦਾ ਕਮਿਊਨਿਟੀ ਸੀ, ਜਿਹਦੇ ਵਿੱਚ ਅਸੀਂ HIV ਦੀ ਟੈਸਟਿੰਗ ਉਹਨਾਂ ਨੂੰ ਕਰਵਾਈ ਤੇ ਜਿਹੜਾ ਕਿ 7 ਸਾਲਾਂ ਤੋਂ ਲਗਾਤਾਰ ਚੱਲ ਰਿਹਾ। ਫਿਰ ਸ਼ਾਨ ਫਾਊਂਡੇਸ਼ਨ ਹੋਰ ਜ਼ਿਲ੍ਹਿਆਂ 'ਚ ਵੀ ਕੰਮ ਕਰ ਰਹੇ ਸੀ, ਹੋ ਜਾਂਦੇ ਆ, ਬਟ ਉਹਨਾਂ ਨੂੰ ਲੋਕ ਜਿਹੜੇ ਆ ਕਿ ਇਗਨੋਰ ਕਰ ਦਿੰਦੇ ਆ। ਅਸੀਂ ਉਹਨਾਂ ਲਈ ਵੀ ਕੰਮ ਕਰਦੇ ਆ। ਫਿਰ ਅਸੀਂ ਇਹੋ ਜਿਹੇ ਬੰਦਿਆਂ ਦੇ ਅੰਤਿਮ ਸੰਸਕਾਰ ਵੀ ਕਰਦੇ ਆ, ਜਿਹੜੇ ਬੰਦੇ HIV ਗ੍ਰਸਤ ਹੋਏ ਨੇ, ਮੇਰੀ ਕਮਿਊਨਿਟੀ ਤੋਂ ਜਾਂ ਕਿਸੇ ਹੋਰ ਕਮਿਊਨਿਟੀ ਤੋਂ ਜਾਂ ਕਿਵੇਂ ਕਮਿਊਨਿਟੀ ਤੋਂ ਹੈਗੇ ਆ, ਬਟ ਉਹਨਾਂ ਦੀ ਫੈਮਿਲੀ ਅਸੈਪਟੈਂਸ ਨਹੀਂ ਹੈਗੀ। ਮਤਲਬ ਕਿੰਨੀ ਵੱਡੀ ਗੱਲ ਹੈ ਵੀ ਚਾਹੇ ਇੱਕ ਬੰਦਾ ਤੁਹਾਡੀ ਕਮਿਊਨਿਟੀ ਤੋਂ ਨਹੀਂ ਹੈਗਾ, ਪਰ ਅਗਰ ਉਹ HIV ਪੋਜ਼ਿਟਿਵ ਸੀ ਤੇ ਉਹਦੇ ਆਪਣੇ ਪਰਿਵਾਰ ਨੇ, ਉਹਦੇ ਆਪਣੇ ਸਮਾਜ ਨੇ ਉਹਨੂੰ ਛੱਡਤਾ, ਉਹਦਾ ਵੀ ਜਿਹੜਾ ਅੰਤਿਮ ਸੰਸਕਾਰ ਹੈ ਉਹ ਤੁਸੀਂ ਲੋਕ ਕਰਦੇ। ਸਰ ਐਕਚੁਅਲੀ ਮੈਂ ਇਹਦੇ ਨਾਲ ਇੱਕ ਕੇਸ ਸ਼ੇਅਰ ਕਰੂੰਗਾ ਤੁਹਾਡੇ ਨਾਲ, ਬੜਾ ਹੀ ਮਨ ਭਰ ਜਾਂਦਾ ਹੈ ਕਿ ਨੌਨ ਕਮਿਊਨਿਟੀ ਪਰਸਨ ਸੀ, ਐਡਵੋਕੇਟ ਸੀ, ਆਪਣੇ ਬਹੁਤ ਅੱਛਾ ਐਡਵੋਕੇਟ ਸੀ, ਬਟ HIV ਪੋਜ਼ਿਟਿਵ ਸੀ। ਜਦੋਂ ਫੈਮਿਲੀ ਨੂੰ ਪਤਾ ਲੱਗਾ ਨਾ, ਤੁਸੀਂ ਮੰਨੋਗੇ ਨਹੀਂ, ਉਹ ਅੰਦਰ ਐਡਮਿਟ ਸੀ, ਉਹਦੀ ਸ਼ਾਇਦ ਬਚਣ ਦੇ ਚਾਂਸਿਸ ਸੀਗੇ, ਬਟ ਉਹਦੀ ਮਦਰ ਤੱਕ ਨੇ ਆ ਕੇ ਮੈਨੂੰ ਇੰਨੀ ਗੱਲ ਕਹਿ ਦਿੱਤੀ ਸੀ ਕਿ ਜਦੋਂ ਇਹ ਮਰੇਗਾ ਕਿ ਇਹਨੂੰ ਨਿਭਾਉਣਾ ਚਾਹੋਗੇ। ਮਤਲਬ ਲੋਕਾਂ ਦੀ ਸੋਚ ਜਿਹੜੀ ਹੈ ਨਾ, ਉਹ ਸੋਚ ਇਹ ਹੈ ਕਿ ਚਾਹੇ ਅਸੀਂ ਐਜੂਕੇਟਡ ਹਾਂ, ਵੈਲ ਐਜੂਕੇਟਡ ਹਾਂ, ਬਟ ਸਮਵੇਅਰ ਗਵਰਨਮੈਂਟ ਨੇ ਇੰਨਾ IC ਡਿਵੈਲਪ ਕੀਤਾ ਹੈ, ਇੰਨਾ ਇਨਫੋਰਮੇਸ਼ਨ ਐਜੂਕੇਸ਼ਨ ਕਮਿਊਨੀਕੇਸ਼ਨ ਕਰਦੀ ਪਈ ਹੈ, ਬਟ ਲੋਕੀ ਅੱਜ ਵੀ ਮਾਨਸਿਕਤਾ ਲੋਕਾਂ ਦੀ ਉਹੀ ਆ ਕਿ ਇਹਨੂੰ HIV ਹੋ ਗਿਆ ਤੇ ਮੈਂ ਤੋਂ 200 ਕਦਮ ਦੂਰ ਹੋ ਜਾਵਾਂ, ਹਨਾ। ਮਤਲਬ ਇਹੋ ਜਿਹੀ ਗੱਲ ਨਹੀਂ ਹੈਗੀ। ਅਸੀਂ ਮੇਰੇ ਨਾਲ ਇਹੋ ਜਿਹੇ ਬੰਦੇ ਕੰਮ ਕਰਦੇ ਨੇ ਜਿਹੜੇ ਕਿ HIV ਪੋਜ਼ਿਟਿਵ ਨੇ, ਅਸੀਂ ਇਕੱਠੇ ਬਹਿ ਕੇ ਖਾਂਦੇ ਹਾਂ, ਇਕੱਠੇ ਬਹਿ ਕੇ ਪੀਂਦੇ ਹਾਂ, ਹੈ ਨਾ, ਸੇਮ ਵਾਸ਼ਰੂਮ ਯੂਜ਼ ਕਰਦੇ ਹਾਂ, ਬਟ ਸਾਨੂੰ ਅੱਜ ਤੱਕ ਵੀ ਕਦੇ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈ। ਸੋ ਲੋਕਾਂ ਨੂੰ ਮਾਈਂਡਸੈਟ ਚੇਂਜ ਕਰਨ ਦੀ ਲੋੜ ਆ। ਮਤਲਬ ਜੇ ਆਪਾਂ ਗੱਲ ਕਰੀਏ ਟਰਾਂਸਜੈਂਡਰ ਕਮਿਊਨਿਟੀ ਦਾ, ਹੋਰ ਤਰ੍ਹਾਂ ਵਿਤਕਰਾ ਹੁੰਦਾ ਕਿ ਪਹਿਲਾਂ ਤਾਂ ਉਹ ਟਰਾਂਸਜੈਂਡਰ ਆ, ਫਿਰ ਉਸ ਤੋਂ ਬਾਅਦ ਉਹਨੂੰ ਇਹ ਡਿਸੀਜ਼ ਲੱਗ ਗਈ, ਫਿਰ ਡਿਊਲ ਡਿਸਕ੍ਰਿਮੀਨੇਸ਼ਨ ਉਹਨਾਂ ਸੋਸਾਇਟੀ ਵੱਲੋਂ ਹੋਣਾ ਸ਼ੁਰੂ ਹੋ ਗਿਆ। ਮਤਲਬ ਬੜਾ ਹਿਊਜ ਸਮਾਜ ਦੇ ਹਰ ਕਦਮ ਦੇ ਉੱਪਰ ਉਹਨਾਂ ਨੂੰ ਪਰੇਸ਼ਾਨੀਆਂ ਤੇ ਅੜਚਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਮੈਂ ਤੁਹਾਡੇ ਨਾਲ ਪਹਿਲੇ ਗੱਲ ਕਰ ਰਿਹਾ ਸੀਗਾ
ਤੁਸੀਂ ਇੱਕ ਮੈਨੂੰ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ ਔਰ ਦੋਸਤੋ ਮੈਂ ਅੱਜ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਿਹਾ। ਸੇਮ ਚੀਜ਼ ਇੱਕ ਇਹੋ ਜਿਹੀ ਚੀਜ਼ ਜਿਹੜੀ ਸੀਗੀ ਜਿਹਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ, ਉਹ ਦੀਪਿਕਾ ਹੋਣਾ ਨਾਲ ਆਪਾਂ ਗੱਲ ਕੀਤੀ ਸੀ। ਜਦੋਂ ਤੁਸੀਂ ਸੁਣਿਆ ਹੋਵੇਗਾ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਪੱਤਰਕਾਰ ਵੱਲੋਂ ਜਿਹੜਾ ਉਹਨਾਂ ਦੇ ਨਾਲ ਇੱਦਾਂ ਦਾ ਖਬਰ ਉਹਨਾਂ ਨੂੰ ਬਿਨਾਂ ਪੁੱਛੇ, ਉਹਨਾਂ ਦੀ ਬਿਨਾਂ ਪਰਮਿਸ਼ਨ ਦੇ ਫੋਟੋ ਵੀ ਖਿੱਚ ਕੇ ਝੂਠ ਬੋਲ ਕੇ ਲਗਾ ਦਿੱਤੀ ਗਈ ਔਰ ਉਹ ਜਿਹਦੇ ਨਾਲ ਉਹਨਾਂ ਨੂੰ ਕਾਫੀ ਮਤਲਬ ਮਾਨਸਿਕ ਠੇਸ ਪਹੁੰਚੀ। ਪਰ ਅੱਜ ਦਾ ਜਿਹੜਾ ਵਾਕਿਆ ਹੈਗਾ ਵੈ ਮੈਨੂੰ ਇਹਨੇ ਝੰਜੋੜ ਕੇ ਰੱਖ ਦਿੱਤਾ ਔਰ ਮੈਨੂੰ ਸ਼ਾਇਦ ਮੇਰੇ ਕੋਲ ਸ਼ਬਦ ਵੀ ਨਹੀਂ ਨਿਕਲ ਰਹੇ ਵੀ ਮੈਂ ਇਹ ਗੱਲ ਕਿਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਾਂ ਕਿ ਨਾ ਕਰਾਂ। ਸੋਚਣ ਤੇ ਮੈਂ ਮਜਬੂਰ ਹੋ ਗਿਆ। ਪਰ ਜੇ ਗੱਲ ਇਹ ਮੈਂ ਨਹੀਂ ਸਾਂਝੀ ਕਰਦਾ ਤੇ ਕਿਤੇ ਨਾ ਕਿਤੇ ਮੈਂ ਆਪਣੇ ਆਪ ਨਾਲ ਵੀ ਇਨਸਾਫ ਨਹੀਂ ਕਰ ਸਕੂੰਗਾ। ਜਲੰਧਰ ਤੋਂ ਨੇ ਚਾਹਤ ਔਰ ਜਲੰਧਰ ਦੇ ਵਿੱਚ ਇੱਕ ਬਹੁਤ ਹੀ ਨੇਕ ਕੰਮ ਪਿਛਲੇ 11-12 ਸਾਲ ਤੋਂ ਇਹ ਕਰ ਰਹੇ ਨੇ। ਇੱਕ ਵਾਕਿਆ ਇਹੋ ਜਿਹਾ ਇਹਨਾਂ ਦੇ ਮੇਰੇ ਨਾਲ ਸ਼ੇਅਰ ਕੀਤਾ ਵੀ ਜਿਹਨੂੰ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ, ਪੈਰਾਂ ਥੱਲੇ ਜ਼ਮੀਨ ਖਿਸਕ ਜਾਏਗੀ ਔਰ ਆਪਾਂ ਨੂੰ ਸ਼ਾਇਦ ਇਨਸਾਨ ਕਹਿਲਾਉਣ ਤੇ ਵੀ ਸ਼ਰਮ ਆਏਗੀ। ਇੱਕ ਖਬਰ ਲਾਉਣ ਲਈ ਕੋਈ ਕੀ ਮੰਗ ਸਕਦਾ ਕਿਸੇ ਕੋਲੋਂ? ਮਤਲਬ ਮੈਂ ਨਹੀਂ ਇਹ ਚੀਜ਼ ਡਾਈਜੈਸਟ ਹੀ ਨਹੀਂ ਹੋ ਰਹੀ ਮੈਨੂੰ ਜਦ ਦੀ ਮੈਂ ਸੁਣੀ। ਔਰ ਕੀ ਵਾਕਿਆ ਕਿਸ ਤਰੀਕੇ ਦੇ ਨਾਲ ਅਸੀਂ ਕਿਸ ਨਿਚਲੇ ਸਤਰ ਤੱਕ ਗਿਰ ਚੁੱਕੇ ਹਾਂ ਵੀ ਸ਼ਾਇਦ ਉਸ ਚੀਜ਼ ਦੀ ਮਾਫੀ ਹੈ ਹੀ ਨਹੀਂ। ਪਰਮਾਤਮਾ ਵੀ ਇਸ ਬੰਦੇ ਨੂੰ ਮਾਫ ਨਹੀਂ ਕਰੇਗਾ। ਜੋ ਚੀਜ਼ ਚਾਹਤ ਮਾਫ ਕਰਨਾ ਬਹੁਤ ਪਰਸਨਲ ਗੱਲ ਹੈ, ਬਟ ਇਹ ਚੀਜ਼ ਅਨਹਰਡ ਵੌਇਸ ਦੇ ਵਿੱਚ ਇੱਕ ਇਹੋ ਜਿਹੀ ਆਵਾਜ਼ ਹੈ, ਅਗਰ ਇਹ ਆਵਾਜ਼ ਦਬ ਗਈ ਤੇ ਸਭ ਕੁਝ ਦਬ ਗਿਆ। ਸੋ ਮੈਂ ਇੰਸੀਡੈਂਟ ਸ਼ੇਅਰ ਕਰਦਾ, ਬੜਾ ਬੈਡ ਇੰਸੀਡੈਂਟ ਹੈ। ਕਿਸੇ ਵੇਲੇ ਜਦੋਂ ਸ਼ੇਅਰ ਕਰੀਏ ਤਾਂ ਸ਼ਾਇਦ ਰੂਹ ਕੰਬ ਜਾਂਦੀ ਹੈ ਨਾ। ਰੂਹ ਕੰਬਦੀ ਕਿਵੇਂ ਆ ਕਿ ਕਮਿਊਨਿਟੀ ਲਈ ਕੰਮ ਕਰਦੇ ਸੀ, ਕੰਮ ਕਰਦੇ ਕਰਦੇ ਨੂੰ 2011 ਤੋਂ ਸ਼ੁਰੂ ਹੋਏ 2014 ਤੱਕ ਹੋ ਗਏ। ਸ਼ਾਇਦ ਸਾਡੀ ਮੀਡੀਆ 'ਚ ਪਕੜ ਇੰਨੀ ਨਹੀਂ ਸੀ। ਸ਼ਾਇਦ ਅਸੀਂ ਵੀ ਕਿਤੇ ਨਾ ਕਿਤੇ ਘਬਰਾਉਂਦੇ ਸੀ ਕਮਿਊਨਿਟੀ ਲਈ ਗੱਲ ਕਰਨ ਲਈ ਜਾਂ ਕਿਧਰੇ ਨਹੀਂ। ਔਰ ਤਾਂ ਕਰਨਾ ਨਾ ਤਾਂ ਲੋ ਸਾਡੇ ਫੇਵਰ ਦੇ ਵਿੱਚ ਸੀ, ਨਾ ਅਸੀਂ ਆਪਣਾ ਗੱਲ ਕਰ ਸਕਦੇ ਸੀ। ਮੈਂ ਇੱਕ ਈਵੈਂਟ ਸੀਗਾ ਆਪਣਾ ਈਵੈਂਟ ਜਲੰਧਰ ਦੇ ਵਿੱਚ ਹੀ ਸੀ ਤੇ ਮੈਨੂੰ ਮੀਡੀਆ ਕਵਰੇਜ ਦੀ ਬਹੁਤ ਲੋੜ ਸੀ ਬਿਕੋਜ਼ ਮੇਰੀ ਕਮਿਊਨਿਟੀ ਜਦ ਤੱਕ ਵਿਜ਼ੀਬਲ ਨਹੀਂ ਹੋਗੀ ਉਦੋਂ ਤੱਕ ਮੈਨੂੰ ਸਰਵਿਸਿਜ਼ ਨਹੀਂ ਮਿਲਣਗੀਆਂ, ਹੈ ਨਾ। ਤੋ 15 ਪੈਨ ਡਰਾਈਵ ਤੇ ਮੇਰੇ ਕੋਲ ਇੱਕ ਪੱਤਰਕਾਰ ਨੇ 15 ਪੈਨ ਡਰਾਈਵ ਮੰਗੀਆਂ ਤੇ ਪਲੱਸ ਉਹਨੇ ਮੈਨੂੰ ਸੈਕਸ਼ੂਅਲ ਹਰਾਸ ਕਰਨ ਮਤਲਬ ਕੀਤਾ, ਸੈਕਸ਼ੂਅਲ ਹਰਾਸ ਵੀ ਕੀਤਾ। ਤੇ ਉਹਦੀ ਡਿਮਾਂਡ ਸੀ ਕਿ ਅਗਰ ਜੇ ਮੈਂ ਉਹਨਾਂ ਸੈਕਸ਼ੂਅਲੀ ਉਹਨਾਂ ਇਨਵੋਲਵ ਹੋਊਂਗਾ ਦੈਨ ਉਹ ਮੇਰਾ ਈਵੈਂਟ ਕਵਰ ਕਰੇਗਾ। ਤੇ ਤੁਸੀਂ ਮੰਨੋਗੇ ਨਹੀਂ 15 ਪੈਨ ਡਰਾਈਵ ਦੇਣ ਤੋਂ ਬਾਅਦ ਸੈਕਸ਼ੂਅਲ ਹਰਾਸ ਹੋਣ ਤੋਂ ਬਾਅਦ ਹੀ ਮੇਰਾ ਈਵੈਂਟ ਕਵਰ ਨਹੀਂ ਸੀ ਹੋਇਆ। ਮੇਰਾ ਈਵੈਂਟ ਕਵਰ ਕਰਨ ਵਾਸਤੇ ਸਿਰਫ ਇੱਕ ਮੈਨੂੰ ਅੱਜ ਵੀ ਯਾਦ ਆ ABP ਨਿਊਜ਼ ਵਾਲੇ ਸ਼ਾਇਦ ਉਵੇਂ ਘੁੰਮਦੇ ਆ ਗਏ ਸੀ। ABP ਨਿਊਜ਼ ਵਾਲਿਆਂ ਨੇ ਮੇਰਾ ਈਵੈਂਟ ਜਿਹੜਾ ਕਵਰ ਕੀਤਾ ਸੀ ਐਂਡ ਥੈਂਕਸ ਟੂ ਦੋਜ਼ ਪਰਸਨ ਜਿਨ੍ਹਾਂ ਨੇ ਮੇਰਾ ਈਵੈਂਟ ਉਦੋਂ ਕਵਰ ਕੀਤਾ। ਜੇ ਉਹ ਸ਼ਾਇਦ ਉਹ ਕਵਰ ਨਾ ਕਰਦੇ ਤੇ ਅੱਜ ਜਿਸ ਮੁਕਾਮ ਤੇ ਬੈਠ ਕੇ ਮੈਂ ਗੱਲ ਕਰ ਰਿਹਾ ਸ਼ਾਇਦ ਮੈਂ ਉੱਥੇ ਨਹੀਂ ਪਹੁੰਚਦਾ। ਤੇ ਕਿਤੇ ਨਾ ਕਿਤੇ ਆਉਂਦੀ ਹੈ ਗੱਲ ਕਿ ਜੇ ਅੱਜ ਮੇਰੇ ਨਾਲ ਇਹ ਹੋਇਆ ਤਾਂ ਸ਼ਾਇਦ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ। ਬਟ ਮੈਨੂੰ ਸ਼ਰਮ ਨਹੀਂ ਇਹ ਗੱਲ ਕਹਿੰਦੇ ਹੋਏ ਕਿਉਂਕਿ ਉਹਨੇ ਜੋ ਮੇਰੇ ਨਾਲ ਉਹਨੇ ਮੈਨੂੰ ਕੀਤਾ ਤੇ ਉਹੀ ਮੈਂ। ਸ਼ਰਮ ਤੁਸੀਂ ਕਿਉਂ ਕਰਨੀ? ਸ਼ਰਮ ਤੇ ਉਹਨੂੰ ਆਉਣੀ ਚਾਹੀਦੀ ਹੈ। ਔਰ ਦੋਸਤੋ ਤੁਹਾਡਾ ਕਲੇਜਾ ਚੀਰਨ ਵਾਲੀ ਗੱਲ ਹੈ। ਬੰਦਾ ਸੁਣ ਕੇ ਵੀ ਇੱਕ ਜਰਨਲਿਸਟ ਵੀ ਇਦਾਂ ਦਾ ਹੋ ਸਕਦਾ, ਇੱਕ ਪੱਤਰਕਾਰ ਇਦਾਂ ਦਾ ਹੋ ਸਕਦਾ। ਜਲੰਧਰ ਦੇ ਸਾਰੇ ਪੱਤਰਕਾਰਾਂ ਨੂੰ ਇਹ ਚੀਜ਼ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਜੋ ਅੱਜ ਚਾਹਤ ਨੇ ਦੱਸਿਆ ਵੀ ਕਿਆ ਸ਼ਰਮ ਕੇ ਨਾਲ ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ? ਕਿਆ 15 ਪੈਨ ਡਰਾਈਵਾਂ ਔਰ ਕਿਸੇ ਨਾਲ ਤੁਸੀਂ ਉਹਨੂੰ ਸ਼ਾਰੀਰਿਕ ਸੰਬੰਧ ਬਣਾਉਣ ਲਈ ਮਜਬੂਰ ਕਰਨਾ, ਬਲੈਕਮੇਲ ਕਰਨਾ ਔਰ ਫਿਰ ਵੀ ਖਬਰ ਨਾ ਲਾਣਾ, ਕਿਆ ਖਬਰ ਏਡੀ ਵੱਡੀ ਚੀਜ਼ ਹੋ ਗਈ? ਕਿਆ ਇੱਕ ਖਬਰ ਲਈ ਅਸੀਂ ਇਨਸਾਨ ਨੂੰ ਇਸ ਲੈਵਲ ਤੱਕ ਮਜਬੂਰ ਕਰ ਸਕਦੇ ਹਾਂ? ਸਾਡਾ ਕੌਸ਼ੀਅਸ, ਸਾਡਾ ਆਤਮਾ ਕਿੱਦਾਂ ਗਵਾਈ ਦਿੰਦੀ ਹੈ। ਦੋਸਤੋ ਦਿਲ ਦਹਿਲਾਨ ਵਾਲੀ ਇਹ ਗੱਲ ਹੈ। ਔਰ ਜਲੰਧਰ ਦਾ ਜਿਹੜਾ ਪੱਤਰਕਾਰ ਹੈ, ਮੈਂ ਤਾਂ ਚਾਹੁੰਦਾ ਇਹ ਅਨਹਰਡ ਵੌਇਸ ਉਹਦੇ ਤੱਕ ਵੀ ਪਹੁੰਚੇ ਔਰ ਕਿਤੇ ਨਾ ਕਿਤੇ ਉਸ ਬੰਦੇ ਨੂੰ ਆਪਣੇ ਕੀਏ ਦੇ ਉੱਪਰ ਪਛਤਾਵਾ ਹੋਵੇ। ਪਰ ਹਾਲਾਂਕਿ ਮਾਫੀ ਇਹਦੀ ਨਹੀਂ ਹੈ, ਨਾ ਇਸ ਧਰਤੀ ਤੇ ਨਾ ਉਸ ਪਰਮਾਤਮਾ ਦੇ ਘਰ ਜਾ ਕੇ।
ਮਾਫੀ ਨਹੀਂ ਮਿਲਣੀ ਉਸ ਪੱਤਰਕਾਰ ਨੂੰ। ਪਰ ਨਹੀਂ, ਸ਼ਾਇਦ ਕਿਤੇ ਨਾ ਕਿਤੇ ਉਹਨੂੰ ਮੈਂ ਮਾਫ ਕਰ ਚੁੱਕਾ, ਕਿਉਂਕਿ ਸ਼ਾਇਦ ਜੇ ਉਹ ਮੈਨੂੰ ਇਹ ਕੁਝ ਨਾ ਕਰਦਾ ਤੇ ਮੈਂ ਅਜੇ ਇੱਥੇ ਨਾ ਪਹੁੰਚਦਾ। ਬੜਪਨ ਦੇਖੋ, ਅਗਰ ਆਪਾਂ ਗੱਲ ਕਰਦੇ ਆ ਇੱਕ ਟਰਾਂਸਜੈਂਡਰ ਕਮਿਊਨਿਟੀ ਦੀ, ਔਰ ਅੱਜ ਚਾਹਤ ਕਿੰਨੀ ਸਾਫ਼ ਗੋਈ ਦੇ ਨਾਲ, ਕਿੰਨੇ ਸਰਲ ਸ਼ਬਦਾਂ ਨਾਲ ਕਹਿ ਰਹੇ ਮੈਂ ਉਹਨੂੰ ਮਾਫ ਕਰਤਾ। ਸ਼ਰਮਨਾਕ, ਬੇहद ਸ਼ਰਮਨਾਕ। ਚਾਹਤ ਮਾਹੌਲ ਜਿਹੜਾ ਹੈ ਥੋੜਾ ਮਾਫ ਕਰਨਾ ਅਜੀਬ ਜਿਹਾ ਹੋ ਗਿਆ, ਔਰ ਸ਼ਾਇਦ ਇਹਨੂੰ ਕਿਸ ਤਰ੍ਹਾਂ ਕੰਟੀਨਿਊ ਕਰਾਂ ਮੈਂ, ਲੇਕਿਨ ਮੈਂ ਚਾਹੁੰਦਾ ਵੀ ਆਪਾਂ ਇਹਨੂੰ ਅਨਹਰਡ ਵੌਇਸ ਜਿਹੜਾ ਅਸੀਂ ਹਾਲੇ ਅੱਗੇ ਬਹੁਤ ਸਾਰੇ ਐਪੀਸੋਡਸ ਕਰਨੇ ਆ, ਬਹੁਤ ਸਾਰੇ ਕਿਸੇ ਤੁਹਾਡੇ ਕੋਲੋਂ ਸੁਣਨੇ ਆ। ਔਰ ਦੋਸਤੋ, ਹਰ ਹਫਤੇ ਚਾਹਤ ਹੌਟ ਨਿਊਜ਼ ਇੰਡੀਆ ਦੇ ਉੱਪਰ ਆਣਗੇ। ਆਪਣੀ ਆਵਾਜ਼, ਆਪਣੇ ਵਰਗੇ ਬੰਦਿਆਂ ਦੀ ਆਵਾਜ਼, ਆਪਣੀ ਕਮਿਊਨਿਟੀ ਦੀ ਆਵਾਜ਼, ਆਪਣੇ ਸਮਾਜ ਦੀ ਆਵਾਜ਼, ਆਪਣੇ ਨਾਲ ਹੋਏ ਇਹਨਾਂ ਦੇ ਤਜਰਬੇ, ਇਹਨਾਂ ਦੇ ਸਮਾਜ ਦੇ ਨਾਲ ਜੋ ਕੁਝ ਹੋ ਰਿਹਾ ਹੈ, ਇਹ ਸਾਰੀਆਂ ਗੱਲਾਂ ਇਹ ਖੁਦ ਲੈ ਕੇ ਆਉਣਗੇ ਹੌਟ ਨਿਊਜ਼ ਇੰਡੀਆ ਦੇ ਉੱਪਰ। ਔਰ ਦੋਸਤੋ, ਮੈਂ ਤੁਹਾਨੂੰ ਦੱਸ ਦਿਆਂ ਵੀ ਪੂਰੇ ਮੈਂ ਸਮਝਦਾ ਵੀ ਭਾਰਤ ਵਰਸ਼ ਦੇ ਵਿੱਚ ਹੌਟ ਨਿਊਜ਼ ਇੰਡੀਆ ਇੱਕ ਪਹਿਲਾ ਚੈਨਲ ਹੈ ਜਿਸ ਦੇ ਵਿੱਚ ਇੱਕ ਟਰਾਂਸਜੈਂਡਰ ਕਮਿਊਨਿਟੀ ਤੋਂ ਇੱਕ ਟਰਾਂਸ ਐਕਟਿਵਿਸਟ ਖੁਦ ਬਤੌਰ ਐਂਕਰ ਆਪਣੇ ਸਮਾਜ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣਗੇ। ਔਰ ਜਿਹੜੀ ਨੈਗੇਟਿਵਿਟੀ ਆਈ ਸੀ ਉਹਨੂੰ ਪੋਜ਼ਿਟਿਵਿਟੀ 'ਚ ਕਨਵਰਟ ਕਰਨ ਲਈ ਮੈਂ ਤੁਹਾਨੂੰ ਇੱਕ ਬੜਾ ਇੱਕ ਦੇਖਿਆ ਅਣਸੁਣਿਆ ਪਹਿਲੂ ਜਿਹੜਾ ਚਾਹਤ ਦੇ ਬਾਰੇ ਜਿਹੜਾ ਮੈਨੂੰ ਪਤਾ ਲੱਗਿਆ। ਔਰ ਅਨਹਰਡ ਵੌਇਸ ਦੇ ਵਿੱਚ ਇਹ ਵੀ ਇੱਕ ਵੌਇਸ ਇਹੋ ਜਿਹੀ ਹੈ ਜਿਹੜਾ ਇੱਕ ਰੂਪ ਰੰਗ ਜਿਹੜਾ ਚਾਹਤ ਦਾ, ਤੁਸੀਂ ਸਾਰੇ ਉਹਨੂੰ ਲਾਈਕ ਕਰੋਗੇ। ਮੈਂ 2 ਲਾਈਨਾਂ ਕਹੂੰਗਾ ਵੀ ਤੁਸੀਂ ਕੋਈ ਆਪਣੀਆਂ ਜਿਹੜੀਆਂ ਤੁਸੀਂ ਗਾਉਂਦੇ ਹੋ, ਬਹੁਤ ਅੱਛਾ ਗਾਉਂਦੇ ਨੇ ਚਾਹਤ, ਤੇ ਮੈਂ ਚਾਹਾਂਗਾ ਵੀ ਆਪਾਂ ਐਂਡ ਦੇ ਵਿੱਚ 2 ਲਾਈਨਾਂ ਕੋਈ ਅੱਛੀਆਂ ਪੋਜ਼ਿਟਿਵ ਲਾਈਨਾਂ ਜ਼ਰੂਰ ਸੁਣਾਈਏ, ਚਾਹੇ ਉਹ ਧਾਰਮਿਕ ਹੈ, ਤੁਹਾਡੇ ਦਿਲ ਦੇ ਕਰੀਬੀ ਜੋ ਵੀ 2 ਲਾਈਨਾਂ ਤੁਹਾਨੂੰ ਇਸ ਲਈ ਯਾਦ ਆਉਂਦੀਆਂ। ਅਸੀਂ ਦੀਆਂ 2 ਲਾਈਨਾਂ ਮੇਰੇ ਦਿਮਾਗ 'ਚ ਘੁੰਮਦੀਆਂ ਕਿਉਂਕਿ ਮੈਂ ਥੋੜਾ ਡਿਵੋਸ਼ਨਲ ਟੱਚ ਜੀ, ਤੇ ਮੈਂ ਜਦੋਂ ਪਰਮਾਤਮਾ ਵੱਲ ਦੇਖਦਾ ਤਾਂ ਮੈਂ ਸਿਰਫ, ਕਿਉਂਕਿ ਅੱਜ ਇਹਦਾ ਕੋੜਾ ਸੱਚ ਹੈ ਕਿ ਸਾਰੇ ਰਿਸ਼ਤੇਦਾਰ ਤੇ ਕੁਝ ਨਹੀਂ ਹੈ, ਸਿਰਫ ਪਰਮਾਤਮਾ ਹੀ ਹੈ, ਤੇ ਮੈਂ ਪਰਮਾਤਮਾ ਨੂੰ ਬਸ 2 ਲਾਈਨਾਂ ਡੈਡੀਕੇਟ ਕਰਦਾ, ਚਾਹੇ ਫਿਲਮੀ ਗਾਣਾ ਹੈ ਬਟ ਮੇਰੇ ਲਈ ਜ਼ਿੰਦਗੀ 'ਚ ਮੇਰੀ ਜ਼ਿੰਦਗੀ ਬਦਲੀ ਉਸ ਗਾਣੇ। जी जरूर जरूर। तुम्हें क्या बताऊं कि तुम मेरे क्या हो, मेरी जिंदगी का तुम ही आसरा हो, मैं आशा की लड़ियां न रह पिरोती, अगर तुम ना होते, अगर तुम ना होते, हमें और जीने की चाहत ना होती, अगर तुम ना होते, अगर तुम ना होते। ਸੁਣਿਆ ਤੁਸੀਂ ਕਿਸ ਤਰੀਕੇ ਦੇ ਨਾਲ, ਕਿੰਨੀ ਦੁੱਖ ਭਰੀ ਚੀਜ਼ਾਂ ਝੇਲਣ ਦੇ ਬਾਵਜੂਦ, ਇੰਨਾ ਦਰਦ ਮਹਿਸੂਸ ਕਰਨ ਦੇ ਬਾਵਜੂਦ ਕਿਸ ਤਰੀਕੇ ਦੇ ਨਾਲ ਹੱਸੀ 'ਚ ਔਰ ਨਾਰਮਲ ਵੇ ਦੇ ਨਾਲ ਹਰ ਚੀਜ਼ ਨੂੰ ਇਹਨਾਂ ਨੇ, ਚਾਹਤ ਨੇ ਇਗਨੋਰ ਕਰ ਦਿੱਤਾ। ਜੋ ਵੀ ਦੁੱਖ ਤਕਲੀਫਾਂ ਇਹਨਾਂ ਨੂੰ ਝੇਲਣੀਆਂ ਪਈਆਂ ਬਾਵਜੂਦ ਇਸ ਦੇ ਇਹਨਾਂ ਦਾ ਸਮਾਜ ਦੇ ਪ੍ਰਤੀ ਨਜ਼ਰੀਆ ਜਿਹੜਾ ਹੈਗਾ ਉਹ ਨੈਗੇਟਿਵ ਨਾ ਹੋ ਕੇ ਪੋਜ਼ਿਟਿਵ ਹੀ ਬਣਿਆ ਹੋਇਆ ਹੈ। ਫਿਰ ਅਸੀਂ ਕਿਉਂ ਨੈਗੇਟਿਵ ਹੁੰਦੇ ਹਾਂ? ਕਿਉਂ ਅਸੀਂ ਟਰਾਂਸਜੈਂਡਰ ਸ਼ਬਦ ਸੁਣਦੇ ਹੀ, ਜਾਂ ਕੋਈ ਇੱਕ ਵਿਅਕਤੀ ਜਿਹੜਾ ਕਿ ਕੁਦਰਤੀ ਇੱਕ ਉਹਦੇ ਨਾਲ ਕੁਝ ਇਸ ਤਰ੍ਹਾਂ ਹੋਇਆ ਵੀ ਉਹਦੀ ਕੋਈ ਆਪਣੀ ਪ੍ਰੈਫਰੈਂਸ ਤੇ ਬਾਅਦ ਦੀ ਗੱਲ ਸੀ, ਪਹਿਲੇ ਕੁਦਰਤੀ ਉਹਦੇ ਨਾਲ ਕੁਝ ਬਦਲਾਵ ਜਿਹੜੇ ਬਾਇਓਲੋਜੀਕਲ ਬਦਲਾਵ ਉਹਦੇ ਆਏ, ਤੇ ਉਸ ਕਰਕੇ ਅਗਰ ਉਹ ਇੱਕ ਪਾਰਟਿਕੂਲਰ ਕਮਿਊਨਿਟੀ ਦਾ ਹਿੱਸਾ ਬਣੇ ਤੇ ਅਸੀਂ ਉਹਨਾਂ ਨਾਲ ਤਿਰਸਕਾਰ ਕਿਉਂ ਕਰਦੇ ਪਏ ਹਾਂ? ਇਸ ਦੇ ਨਾਲ ਹੀ ਜਿਸ ਤਰ੍ਹਾਂ ਕਿ ਇੱਕ ਬਹੁਤ ਹੀ ਦੁਖਦਾਈ ਗੱਲ ਜਿਹੜੀ, ਬਹੁਤ ਦਰਦਨਾਕ ਗੱਲ ਜਿਹੜੀ ਚਾਹਤ ਨੇ ਦੱਸੀ ਵੀ ਕਿਸ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਕੀਤਾ ਗਿਆ ਇੱਕ ਖਬਰ ਦੇ ਕਰਕੇ। 15 ਪੈਨ ਡਰਾਈਵਾਂ ਵੀ ਲੈ ਲਈਆਂ ਗਈਆਂ, ਪਰ ਖਬਰ ਫੇਰ ਨਹੀਂ ਲਗਾਈ। ਲਾਨਤ ਹੈ ਇਹੋ ਜਿਹੇ ਪੱਤਰਕਾਰਾਂ ਤੇ। ਮੈਂ ਫੇਰ ਇੱਕ ਵਾਰ ਤੋਂ ਕਹਾਂਗਾ, ਕਿਉਂਕਿ ਇੱਕ ਪੱਤਰਕਾਰ ਹੋਣ ਦੇ ਨਾਤੇ ਅਗਰ ਸਾਡੇ ਇਸ ਪ੍ਰੋਫੈਸ਼ਨ ਨੂੰ ਕੋਈ ਬਦਨਾਮ ਕਰ ਰਿਹਾ, ਦਾਗਦਾਰ ਕਰ ਰਿਹਾ, ਤੇ ਉਸ ਨੂੰ ਪੱਤਰਕਾਰ ਕਹਿਲਾਉਣ ਦਾ ਹੱਕ ਨਹੀਂ। ਦੋਸਤੋ, ਅਨਹਰਡ ਵੌਇਸ
ਦਾ ਇਹ ਦੂਜਾ ਐਪੀਸੋਡ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹ ਆਵਾਜ਼ ਜਿਹੜੀ ਹੈ ਇਹਨੂੰ ਚਾਰੋਂ ਪਾਸੇ ਫੈਲਾਉਣ ਦੇ ਵਿੱਚ ਪੂਰਾ ਯੋਗਦਾਨ ਆਪਣਾ ਦਿਓਗੇ ਔਰ ਸਾਡੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ, ਲਾਈਕ ਕਰੋਗੇ, ਤਾਂ ਹੀ ਅਸੀਂ ਇਹ ਜਿਹੜੀ ਮੁਹਿੰਮ ਸਟਾਰਟ ਕੀਤੀ ਹੈ ਤੁਹਾਡੇ ਸਹਿਯੋਗ ਦੇ ਨਾਲ ਇਸ ਮੁਹਿੰਮ ਨੂੰ ਅਸੀਂ ਅੱਗੇ ਵਧਾ ਸਕਾਂਗੇ। ਦੋਸਤੋ, ਜਲਦੀ ਹੀ ਸਾਡੇ ਇਸ ਚੈਨਲ ਦੇ ਉੱਪਰ ਅਨਹਰਡ ਵੌਇਸ ਸੀਰੀਜ਼ ਦੇ ਵਿੱਚ ਹੀ ਚਾਹਤ ਖੁਦ ਬਤੌਰ ਇੱਕ ਐਂਕਰ ਫਸਟ ਟਾਈਮ, ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਫਸਟ ਟਾਈਮ ਐਵਰ ਇਨ ਦੀ ਹਿਸਟਰੀ ਆਫ ਜਰਨਲਿਜ਼ਮ ਇਨ ਪੰਜਾਬ, ਪਹਿਲੇ ਇੱਕ ਟਰਾਂਸਜੈਂਡਰ ਐਂਕਰ ਆਪਣਾ ਇੱਕ ਕਾਰਜਕ੍ਰਮ ਖੁਦ ਪੇਸ਼ ਕਰਨਗੇ। ਹਰ ਹਫਤੇ ਚਾਹਤ ਤੁਹਾਡੇ ਕੋਲ ਤੁਹਾਡੇ ਆਪਣੇ ਚੈਨਲ ਦੇ ਉੱਪਰ ਟਰਾਂਸਜੈਂਡਰ ਕਮਿਊਨਿਟੀ ਨਾਲ ਜੁੜੇ ਹੋਏ ਵਿਸ਼ਿਆਂ ਨੂੰ ਲੈ ਕੇ ਆਪਣੀ ਗੱਲਬਾਤ ਕਰਨਗੇ, ਆਪਣਾ ਪੱਖ ਰੱਖਣਗੇ, ਆਪਣੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣਗੇ ਔਰ ਆਪਣੇ ਨਾਲ ਨਾਲ ਆਪਣੇ ਵਰਗੇ ਹੋਰ ਕਮਿਊਨਿਟੀ ਦੇ ਬੰਦਿਆਂ ਨੂੰ ਵੀ ਇਸ ਮੰਚ ਦੇ ਉੱਪਰ ਲਿਆ ਕੇ ਤੁਹਾਡੇ ਨਾਲ ਰੂਬਰੂ ਹੋਣਗੇ। ਮੈਂ ਫਿਰ ਇੱਕ ਵਾਰ ਤੋਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਇਸ ਨੋਬਲ ਕਾਜ਼ ਲਈ, ਇਸ ਨੇਕ ਉਪਰਾਲੇ ਲਈ ਤੁਸੀਂ ਪੂਰਾ ਸਾਨੂੰ ਆਪਣਾ ਸਹਿਯੋਗ ਦਿਓ ਤਾਂ ਜੋ ਇਹ ਜਿਹੜੀ ਅਣਸੁਣੀ ਆਵਾਜ਼ ਹੈ ਇਹਨੂੰ ਹਰ ਕੋਈ ਸੁਣ ਸਕੇ। ਦੋਸਤੋ, ਬਨੇ ਰਹੋ, ਦੇਖਦੇ ਰਹੋ ਹੌਟ ਨਿਊਜ਼ ਇੰਡੀਆ। नमस्कार।